ਮੇਰੇ ਵਾਲਦ ਸਾਹਿਬ ਦਾ ਆਕਸੀਜਨ ਸਿਲੰਡਰ ਲੱਗਾ ਸੀ। ਜਿੱਦਣ ਇਹਨਾਂ ਨੂੰ ਵਿਆਹ ਕੇ ਲਿਆਂਦਾ, ਇਹਨਾਂ ਨੇ ਜਨਾਬ ਹੋਣੇ ਨੇ, ਬੀਵੀ ਹੋਣੇ ਨੇ, ਆਉਂਦਿਆਂ ਸਿਲੰਡਰ ਬੰਦ ਕਰਨੇ ਸ਼ੁਰੂ ਕਰਤੇ। ਬੱਚੇ ਦੀ ਵਰਦੀ ਸਾੜਨੀ ਸ਼ੁਰੂ ਕਰ ਦਿੱਤੀ। ਬੱਚੇ ਨੂੰ ਸਕੂਲ ਜਾਣ ਤੋਂ ਬੰਦ ਕਰਤਾ। ਇਹ ਬੱਚਿਆਂ ਨੂੰ ਖਰਾਬ ਕਰਦੀ ਪਈ ਏ। ਤਾਰਕ ਸਾਹ ਦੀ ਰੂਹ ਨੂੰ ਬਲਕਿ ਠੇਸ ਪਹੁੰਚਦੀ, ਤਾਰਕ ਸਾਹ ਦੀ ਰੂਹ ਨੂੰ ਸਕੂਨ ਨਹੀਂ ਮਿਲਦਾ ਪਿਆ। ਉਹਨੂੰ ਠੇਸ ਪਹੁੰਚਦੀ ਪਈ ਏ। ਇਹ ਸਮਝੇ ਕਿ ਮੈਂ ਰੋਡਾਂ ਤੇ ਲੈ ਕੇ ਫੈਸਲੇ ਕਰ ਲਾਂਗੀ। ਹਿੱਸਾ ਅਸੀਂ ਬੱਚਿਆਂ ਦਾ ਦੇਣਾ ਹੀ ਹੈ। ਬੱਚਾ ਵੱਡਾ ਹੋਏਗਾ, ਬੱਚੇ ਨੂੰ ਪਤਾ ਲੱਗੇਗਾ ਕਿ ਮੇਰੀ ਮਾਂ ਗਲਤ ਸੀ, ਮੇਰਾ ਬਾਪ ਗਲਤ ਸੀ। ਇੰਸ਼ਾਅੱਲਾ ਜਦੋਂ ਹਿੱਸੇ ਦੀ ਹੱਕਦਾਰ ਹੋਣਗੀਆਂ, ਉਹਨਾਂ ਦੀ ਜ਼रूरत तो मुताबिक दिता जाएगा, ज़्यादा दिता जाएगा। ऐसी बच्चियाँ ने, बेटियाँ ने। अस्सलाम वालेकुम, आप देख रहे हैं बड़ी खबर। मैं हूं जुबैर अवान। स्टेज की दुनिया का बेताज बादशाह तारक टैडी, जिन्हें हमसे जुदा हुए, बिछड़े हुए तकरीबन 1 साल गुजर चुका है। तारक टैडी साहब जब स्टेज पे आया करते थे तो फिर लोग उठ के कई कई मिनट तालियां बजाते रहते थे। ये वो शख्स था जिसने लोगों के चेहरों पे मुस्कुराहट बखेरी, मगर जो उनकी अपनी निजी ज़िंदगी थी उसमें कितनी मुश्किलात थी, उन्होंने कितनी तकलीफ में दिन गुजारे, ये जब तारक साहब के भाई शहबाज भाई मेरे साथ मौजूद हैं, इनकी ज़बानी सुनेंगे तो आप भी एक मरतबा परेशान हो जाएंगे कि वो शख्स जो कि अपने दुख छुपा कर स्टेज पे आके उन्हें खुशियां दे जाता था, वो असल ज़िंदगी कैसे गुजार रहा था। शहबाज भाई, पहले तो बहुत शुक्रिया आपका, आपने मुझे टाइम दिया। अल्लाह करीम तारक टैडी साहब के दर्जात बुलंद फरमाए। ज़ुबैर भाई आमीन। हाँ जी। अभी पिछले दिनों मैंने देखा कि टैडी साहब की जो वाइफ और उनकी जो बेटियां हैं, वो रुल रही थी। उनकी जानिब से आप लोगों के ऊपर मुख्तलिफ़ किस्म के मुबैना तौर पर इल्ज़ामात लगाए जा रहे हैं। कितनी सच्चाई है, ये पूरा मामला है क्या? टैडी साहब की दोनों बेटियां क्यों रुलने पे मजबूर हैं? ਜ਼ੁਬੈਰ ਭਾਈ ਦੇਖੇ, ਜਦੋਂ ਤਾਰਕ ਸਾਹਿਬ ਜ਼ਿੰਦਾ ਸੀ, ਉਦੋਂ ਸਾਨੂੰ ਅੱਲਾ ਖੈਰ ਕੀਤੇ ਕੋਈ ਪ੍ਰੋਬਲਮ ਨਹੀਂ ਸੀ ਹੈਗੀ। ਸਾਰੇ ਮਸਲੇ ਘਰ ਦੇ ਉਹਨਾਂ ਸੰਭਾਲੇ ਹੋਏ ਸੀ। ਇਹ ਸ਼ੁਰੂ ਤੋਂ ਜਦੋਂ ਦੀ ਇਹ ਔਰਤ ਉਹਨਾਂ ਦੀ ਜ਼ਿੰਦਗੀ 'ਚ ਦਾਖਲ ਹੋਈ ਹੈ, ਦਾਖਲ ਕਰਨ ਵਾਲੇ ਤਾਂ ਅਸੀਂ ਖੁਦ ਏ, ਉਹਨਾਂ ਦੇ ਆਪ ਦੇ ਲੱਭਗ ਨਹੀਂ ਲਿਆਂਦੀ। ਗਲਤੀ ਤਾਂ ਇਨਸਾਨ ਕੋਲੋਂ ਹੋ ਜਾਂਦੀ ਹੈ, ਠੀਕ ਹੋ ਗਿਆ। ਅਸੀਂ ਹੀ ਰਿਸ਼ਤਾ ਦੇਖਿਆ, ਅਸੀਂ ਹੀ ਕਰਵਾਤਾ, ਅਸੀਂ ਹੀ ਫਸ ਗਏ, ਠੀਕ ਹੋ ਗਿਆ। ਮੇਰੇ ਵਾਲਦ ਸਾਹਿਬ ਦਾ ਆਕਸੀਜਨ ਸਿਲੰਡਰ ਲੱਗਾ ਸੀ। ਜਿੱਦਣ ਇਹਨਾਂ ਨੂੰ ਵਿਆਹ ਕੇ ਲਿਆਂਦਾ, ਇਹਨਾਂ ਨੇ ਜਨਾਬ ਹੋਣੇ ਨੇ, ਬੀਵੀ ਹੋਣੇ ਨੇ, ਆਉਂਦਿਆਂ ਸਿਲੰਡਰ ਬੰਦ ਕਰਨੇ ਸ਼ੁਰੂ ਕਰਤੇ। ਬੱਚੇ ਦੀ ਵਰਦੀ ਸਾੜਨੀ ਸ਼ੁਰੂ ਕਰ ਦਿੱਤੀ। ਬੱਚੇ ਨੂੰ ਸਕੂਲ ਜਾਣ ਤੋਂ ਬੰਦ ਕਰਤਾ। ਤਾਰਕ ਸਾਹਬ ਦੀ ਤਾਂ ਬੱਚੇ ਦੀ ਜਾਨ ਸੀ। ਤਾਰਕ ਸਾਹਬ ਦੀ ਬੀਵੀ ਤੇ ਫੌਤ ਹੋ ਗਈ, ਉਹਨਾਂ ਦੇ ਬੱਚੇ ਦੀ ਜਾਨ ਸੀ। ਹਰ ਬੰਦੇ ਦੀ ਔਲਾਦ 'ਚ ਆਪਣੀ ਜਾਨ ਹੁੰਦੀ ਹੈ, ਠੀਕ ਹੋ ਗਿਆ। ਉਹਨਾਂ ਵਾਸਤੇ ਸ਼ਾਦੀ ਕੀਤੀ ਸੀ। ਹੁਣ ਤਾਰਕ ਸਾਹਬ ਦੇ ਮਰਨ ਤੋਂ ਬਾਅਦ ਮਸਲੇ, ਵਸਾਇਲ ਉਹਨਾਂ ਦੇ ਪਹਿਲੇ ਕੋਈ ਨਹੀਂ ਸੀ ਹੈਗੇ। ਪਹਿਲੇ ਇਹ ਫ਼ੋਨ ਤੇ ਟਾਰਚਰ ਕਰਦੀ ਸੀ ਉਹਨੂੰ। ਇਹ ਫ਼ੋਨ ਤੇ ਤੜੀ, ਧਮਕੀ, ਹਰ ਚੀਜ਼ ਉਹ ਵੀ ਜ਼ਾਹਿਰ ਕਰ ਦਿੰਦਾ ਸੀ। ਕਿਸੇ ਟਾਈਮ ਤੇ ਬਦਤਮੀਜ਼ੀ ਹੋ ਗਈ, ਕਿਸੇ ਉਹ ਫ਼ੋਨ ਨਹੀਂ ਸੀ ਸੁਣਦਾ। ਉਹਨਾਂ ਨੇ ਡਾਇਰੈਕਟ ਜਿਨ੍ਹਾਂ ਨੂੰ ਆਪਣਾ ਇਹਦੇ ਅੱਬੂ ਨੂੰ ਕਰਨਾ, ਇਹਦੇ ਅੱਬੂ ਨੇ ਕਹਿਣਾ ਸਾਡੇ ਵੱਸ 'ਚ ਨਹੀਂ ਹੈਗੀ, ਅਸੀਂ ਕੁਛ ਨਹੀਂ ਕਰ ਸਕਦੇ। ਲੇਕਿਨ ਉਹ ਵੀ ਸੱਚੇ ਨੇ ਕਿ ਜਦੋਂ ਦੀ ਸ਼ਾਦੀ ਹੋਈ ਹੈ, ਸੇਮ ਟੂ ਯੂ ਹੁਣ ਤੱਕ ਉਹੀ ਸਿਸਟਮ ਚੱਲਦਾ ਪਿਆ, ਚੇਂਜ ਨਹੀਂ ਹੋਇਆ। ਉਦੋਂ ਇਹ ਔਰਤ ਨੂੰ ਬਾਹਰ ਰੋਡਾਂ ਤੇ ਫਿਰਨ ਦਾ ਸ਼ੌਕ ਸੀ, ਇਹ ਅੱਜ ਵੀ ਫਿਰਦੀ ਪਈ ਹੈ। ਹੁਣ ਰਹੀ ਗੱਲ ਬੱਚਿਆਂ ਦੀ, ਬੱਚਿਆਂ ਨੂੰ ਲੈ ਕੇ ਸਰ ਫਿਰਨਾ ਗਲਤ ਗੱਲ ਹੈਗੀ। ਤਾਰਕ ਸਾਹਿਬ ਦੀ ਰੂਹ ਨੂੰ ਠੇਸ ਪਹੁੰਚਦੀ ਏ। ਤਾਰਕ ਸਾਹਿਬ ਦੇ ਮਿਲਣ ਵਾਲੇ ਏਡੇ ਤਾਰਕ ਸਾਹਿਬ ਨਾਲ ਪਿਆਰ ਕਰਨ ਵਾਲੇ ਪਾਕਿਸਤਾਨ 'ਚ, ਪਾਕਿਸਤਾਨ ਤੋਂ ਬਾਹਰ ਬੈਠੇ ਹੋਏ ਨੇ। ਜ਼ਾਹਿਰ ਉਹ ਬੱਚਿਆਂ ਨੂੰ ਵੇਖਦੇ ਨੇ, ਬੱਚਿਆਂ ਨੂੰ ਹਰ ਚੀਜ਼ ਕਰਦੇ ਨੇ, ਲੇਕਿਨ ਇਹ ਬੱਚਿਆਂ ਦਾ ਮੁਸਤਕਬਲ ਖਰਾਬ ਕਰਦੀ ਪਈ ਹੈ। ਸਾਡੀਆਂ ਭਤੀਜੀਆਂ ਨਹੀਂ, ਸਾਡੀਆਂ ਬੇਟੀਆਂ ਨੇ, ਠੀਕ ਹੋ ਗਿਆ। ਉਹ ਬੱਚਾ ਜਿਹੜਾ ਜਨੇਸ਼ ਤਾਰਕ ਹੈ, ਉਹਦੀਆਂ ਭੈਣਾਂ ਨੇ, ਉਹ ਵੀ ਕਿਸੇ ਟਾਈਮ ਤੇ ਬਹੁਤ ਰੋਂਦਾ ਹੈ ਕਿ ਚਾਚੂ ਇਹ ਦੇਖ ਲਓ ਰੋਡਾਂ ਤੇ ਲੈ ਕੇ ਫਿਰਦੀ ਹੈ, ਚਾਚੂ ਇਹ ਬੱਚਿਆਂ ਨੂੰ ਖਰਾਬ ਕਰਦੀ ਪਈ ਹੈ। ਤਾਰਕ ਸਾਹਿਬ ਦੀ ਰੂਹ ਨੂੰ ਬਲਕਿ ਠੇਸ ਪਹੁੰਚਦੀ, ਤਾਰਕ ਸਾਹਿਬ ਦੀ ਰੂਹ ਨੂੰ ਸਕੂਨ ਨਹੀਂ ਮਿਲਦਾ ਪਿਆ। ਉਹਨੂੰ ਠੇਸ ਪਹੁੰਚਦੀ ਪਈ ਹੈ। ਇਹ ਸਮਝੇ ਕਿ ਮੈਂ ਰੋਡਾਂ ਤੇ ਲੈ ਕੇ ਫੈਸਲੇ ਕਰ ਲਾਂਗੀ। ਹਿੱਸਾ ਅਸੀਂ ਬੱਚਿਆਂ ਦਾ ਦੇਣਾ ਹੀ ਹੈ, ਕਬਰ 'ਚ ਨਹੀਂ ਲੈ ਕੇ ਜਾਣਾ। ਕੁਰਾਨੀ ਮਾਨੀ ਔਨ ਕੈਮਰਾ 1 ਰੁਪਇਆ ਅਸੀਂ ਨਹੀਂ ਰੱਖਣਾ, ਨਾ ਸਾਡੇ ਤੇ ਲੱਗੇਗਾ, ਨਾ ਮੈਂ ਆਪਣੇ ਬੱਚਿਆਂ ਤੇ ਲਾਣਾ ਹੈ, ਠੀਕ ਹੋ ਗਿਆ। 2 ਹਿੱਸੇਦਾਰ ਨੇ, 2 ਦੀਆਂ ਬੇਟੀਆਂ, 1 ਉਹਦਾ ਬੇਟਾ। ਜੋ ਕੁਛ ਹੈਗਾ ਕੁਰਾਨੀ ਮਾਨੀ ਘਰ ਹੈ, ਜੋ ਕੁਛ ਹੈਗਾ ਹਰ ਚੀਜ਼ ਹੈ, ਜੋ ਤਾਰਕ ਸਾਹਿਬ ਨੇ ਬਣਾਇਆ ਹੈਗਾ, ਕੋਈ ਐਸੀ ਗੱਲ ਨਹੀਂ। ਲੇਕਿਨ ਉਹਦਾ ਲੈਣ ਦਾ ਤਰੀਕਾ ਗਲਤ ਹੈ। ਉਹ ਰੋਡਾਂ ਦੇ ਅਦਾਲਤਾਂ 'ਚ ਲੈ ਕੇ ਮੰਗਣ ਲਈ, ਉਹ ਰੋਡਾਂ ਤੇ ਖਲੋ ਕੇ, ਉਹਦੇ ਵੱਡੇ ਇਸ ਕਾਬਲ ਨਹੀਂ ਹੈਗੇ ਕਿ ਬਹਿ ਕੇ ਗੱਲ ਕਰਨ, ਬਹਿ ਕੇ। ਅਸੀਂ ਹੁਣ ਬੱਚਿਆਂ ਦਾ ਹਿੱਸਾ ਜਦੋਂ ਬੱਚੀਆਂ ਸਾਡੀਆਂ ਵੱਡੀਆਂ ਹੋ ਜਾਣ, 18 ਸਾਲ ਦੇ ਹੋਣ, ਅਸੀਂ ਉਹਨਾਂ ਨੂੰ ਉਦੋਂ ਦੇ ਦਿਆਂਗੇ। ਕਿਉਂਕਿ ਹੁਣ ਬੱਚਿਆਂ ਨੂੰ ਵੀ ਨਹੀਂ ਪਤਾ ਲੱਗਣਾ, ਹਜੇ ਬੱਚੀਆਂ 10 ਸਾਲ ਦੀਆਂ ਨੇ, ਕਿ ਪੈਸਾ ਗਲਤ ਹੱਥ 'ਚ ਚਲੇ ਗਿਆ। ਅਕਸਰ ਤੁਹਾਨੂੰ ਪਤਾ ਹੈ ਕਿ ਬੱਚੇ ਨੂੰ ਘਰ 100 ਰੁਪਈਆ ਦੇ ਜਾਈਏ ਨਾ ਛੋਟੇ ਬੱਚੇ ਨੂੰ, ਤੇ ਪਤਾ ਨਹੀਂ ਲੱਗਦਾ ਵੱਡੇ ਨੇ ਲੈ ਲਿਆ ਕਿ ਛੋਟੇ ਨੇ ਲੈ ਲਿਆ। ਮੈਂ ਖੋਲਿਆ, ਚਾਚੂ ਨੇ ਖੋਲਿਆ, ਉਹਦੀਆਂ ਮਾਮਾ ਨੇ ਖੋਲਿਆ। ਬੱਚਾ ਵੱਡਾ ਹੋਏਗਾ, ਬੱਚੇ ਨੂੰ ਪਤਾ ਲੱਗੇਗਾ ਕਿ ਮੇਰੀ ਮਾਂ ਗਲਤ ਸੀ, ਮੇਰਾ ਬਾਪ ਗਲਤ ਸੀ। ਬੱਚਿਆਂ ਨੂੰ ਵੀ ਪਤਾ ਲੱਗ ਜਾਏਗਾ ਕਿ ਸਾਡੀ ਮਾਂ ਹੀ ਗਲਤ ਸੀ, ਜਿਹੜੀ ਸਾਨੂੰ ਰੋਡਾਂ ਦੇ, ਇਹ ਰੋਡਾਂ ਦੇ ਕੋਈ ਫੈਸਲੇ ਨਹੀਂ ਹੁੰਦੇ। ਇਹ ਮਦਾਰੀ ਵਾਲੇ ਰੋਡਾਂ ਤੇ ਖਲੋਂਦੇ ਨੇ, ਮਦਾਰੀਆਂ ਲਾਉਂਦੇ ਨੇ, तमाशे ਲਾਉਂਦੇ ਨੇ। ਇਹ तमाशा ਲਾਉਣ ਡਈ ਏ। मतलब आप लोग उन दोनों डैडी साहब की बेटियों को हिस्सा देंगे, लेकिन आपके मुताबिक जब ठीक टाइम आएगा आपको लगेगा
क्या वो समझदार हो चुकी हैं? ਇਨਸ਼ਾਅੱਲਾ ਜਦੋਂ ਹਿੱਸੇ ਦੀ ਹੱਕਦਾਰ ਹੋਣਗੀਆਂ, ਉਹਨਾਂ ਦੀ ਜ਼ਰੂਰਤ ਤੋਂ ਮੁਤਾਬਕ ਦਿੱਤਾ ਜਾਏਗਾ, ਜ਼ਿਆਦਾ ਦਿੱਤਾ ਜਾਏਗਾ। ਅਸੀਂ ਬੱਚੀਆਂ ਨੇ, ਬੇਟੀਆਂ ਨੇ, ਭਤੀਜੀਆਂ ਔਰ ਬੇਟੀਆਂ 'ਚ ਫ਼ਰਕ ਨਹੀਂ ਹੁੰਦਾ। ਸਾਡੀਆਂ ਬੇਟੀਆਂ ਤੋਂ ਵੱਧ ਨੇ, ਉਹਨਾਂ ਨੂੰ ਬਾਪ ਦੀ ਕਮੀ ਉਹਨਾਂ ਨੂੰ ਮਹਿਸੂਸ ਹੋ ਰਹੀ ਹੋਏਗੀ, ਸਾਨੂੰ ਆਪਣੀ ਭਤੀਜੀਆਂ ਦੀ ਹੋ ਰਹੀ ਹੈ। ਸਾਡਾ ਤਾਰਿਕ ਡੈਡੀ ਸਕਾ ਭਾਈ ਸੀ, ਉਹਦੀ ਵਾਲਦਾ ਨਾਲ ਕੋਈ ਤਅੱਲਕ ਨਹੀਂ ਹੈਗਾ, ਉਹਨੂੰ ਤਲਾਕ ਹੋਈ ਹੈ। ਉਹ ਤਲਾਕ ਯਾਫ਼ਤਾ ਸਿਰਫ਼ ਉਹ ਬੱਚਿਆਂ ਦੀ ਆੜ 'ਚ ਆਪਣਾ फ़ायदा ਲੈ ਰਹੀ है। आपने टेडी साहब की शादी करवाई, तो आपको पहले अंदाज़ा नहीं हो सका था कि बाद में आपको इन चीज़ों का सामना करना पड़ेगा? बकौल आपके टेडी साहब ने आपसे भी काफ़ी सारे गिले-शिकवे किए थे कि शहबाज भाई आपने फंसा दिया। ਹਾਂਜੀ, ਇਹ ਸ਼ਾਦੀ ਅਸਲ 'ਚ ਵਾਲਿਦ ਸਾਹਿਬ ਦੀ ਰਜ਼ਾਮੰਦੀ, ਮੇਰੀ ਰਜ਼ਾਮੰਦੀ, ਇੱਕ ਰਿਸ਼ਤਾ ਸਾਨੂੰ ਮਿਲਣ ਵਾਲੇ ਫੈਸਲਾਬਾਦ ਰਿਸ਼ਤੇਦਾਰ ਸਾਨੂੰ ਦਿਖਾਤਾ ਹੈ। ਸਾਨੂੰ ਇਹ ਸੀ ਨਾ ਕਿ ਤਾਰਕ ਸਾਹਿਬ ਦੀ ਵਾਈਫ ਹੁਣ ਫੌਤ ਹੋਈ ਹੈ, 7 ਜੀ 9 ਆ ਗਿਆ, 8 ਆ ਗਿਆ, ਇਹਨਾਂ ਦੀ ਸ਼ਾਦੀ ਹੋ ਜਾਵੇ। ਇਹ ਰੂਜ਼ ਦੌਰ ਸੀ ਤਾਰਕ ਸਾਹਿਬ ਦਾ, ਜਦੋਂ ਇੱਕ 4-4 ਡਰਾਮੇ ਤਾਰਕ ਸਾਹਿਬ ਇਕੱਠੇ ਕਰ ਰਹੇ ਨੇ। ਗੋਲਡ ਮੈਡਲ ਮਿਲਦੇ ਪਏ ਨੇ। ਇਹਨਾਂ ਦੇ ਪਿੱਛੇ ਕਾफ़ੀ ਫੀਲਡ ਦੇ ਐਕਟਰ ਸੀ, ਕਾफ़ੀ ਫੀਮੇਲ ਸੀ ਕਿ ਸ਼ਾਦੀ ਤਾਰਸਾ ਕਰਨ। ਲੇਕਿਨ ਉਹਨਾਂ ਨੇ ਕਿਹਾ, "ਸ਼ਹਬਾਜ਼ ਭਾਈ, ਸ਼ਾਦੀ ਜਿੱਥੇ ਤੁਸੀਂ ਕਹੋਗੇ ਮੈਂ ਉੱਥੇ ਹੀ ਕਰਾਂਗਾ।" ਵਾਲਿਦ ਸਾਹਿਬ ਨੂੰ ਕਿਹਾ, "ਹਾਜੀ ਸਾਹਿਬ, ਜਿੱਥੇ ਤੁਸੀਂ ਕਹੋਗੇ ਮੈਂ ਉੱਥੇ, ਮੈਂ ਫੀਲਡ 'ਚ ਨਹੀਂ ਕਰਾਵਾਂਗਾ।" ਇੱਕ ਸਾਡੇ ਇੱਕ ਮਿਲਣ ਵਾਲੇ ਰਿਸ਼ਤਾ ਦਿਖਾ ਦਿੱਤਾ ਗਿਆ। ਦਿਖਾਉਣ ਤੋਂ ਬਾਅਦ ਇਹਨਾਂ ਨੇ ਕੁਰਾਨੀ ਮਾਨੀ ਗੱਲ ਇਹ ਕਿ ਮੈਂ ਆਪਣੇ ਬੱਚਿਆਂ ਦੀ ਵੀ ਹੈਲਪ ਦੇ ਸਕਦਾ। ਇਹਨਾਂ ਨੇ ਮੇਰਾ ਹੀ ਨੰਬਰ ਲੈ ਲਿਆ ਮੋਬਾਈਲ ਦਾ। ਉਹ ਗੱਡੀ 'ਚ ਬਹਿ ਕੇ, ਅੱਜ ਵੀ ਰਿਕਾਰਡ ਕਢਾ ਲਓ, ਇਹਨਾਂ ਨੇ ਟ੍ਰੇਨ 'ਚ ਬਹਿ ਕੇ ਮੈਨੂੰ फ़ोन करने, "शहबाज भाई, ये रिश्ते का जवाब ना हो जाए।" ਮੇਰੇ ਵਾਲਿਦ ਸਾਹਿਬ ਦੀ ਇੱਜ਼ਤ, ਅਸੀਂ ਮੇਰੀਆਂ ਵੀ ਛੋਟੀਆਂ ਬੇਟੀਆਂ ਸੀ, ਮੇਰੇ ਦਿਮਾਗ 'ਚ ਹੈ ਕਿ ਯਾਰ ਹੁਣ 6 ਮਹੀਨੇ ਇਸ ਗੱਲ ਨੂੰ ਹੋ ਗਏ ਨੇ, ਅਸੀਂ ਹੁਣ ਜਵਾਬ ਨਹੀਂ ਦੇਣਾ, ਅਸੀਂ ਹੁਣ ਕਰਨਾ ਹੀ ਇੱਥੇ। ਤਾਰਕ ਸਾਹਿਬ ਸਾਨੂੰ ਕਹਿੰਦੇ ਸੀ, "ਯਾਰ ਸੈਕੋ ਕੇਸ ਏ, ਮਿੰਟ-ਮਿੰਟ ਤੇ ਮੈਂ ਡਰਾਮੇ 'ਚ ਕੰਮ ਕਰ ਰਿਹਾ ਤੇ ਉੱਥੇ ਦੱਸਣ ਡਈ ਏ ਕਿ ਮੈਂ ਕੱਪੜੇ ਕਿਹੜੇ ਪਾਏ ਨੇ। ਇਹ ਮਿੰਟ-ਮਿੰਟ ਤੇ ਮੇਰੇ ਨਾਲ ਇਹੋ ਜਿਹੀਆਂ ਗੱਲਾਂ ਕਰ ਰਹੀ, ਫਾਸ਼ੀਆਂ ਗੱਲਾਂ ਕਰ ਰਹੀ।" ਮੇਰਾ ਇੱਥੇ ਨਾ, ਅਸੀਂ ਸਮਝਿਆ ਕਿ ਤਾਰਕ ਸਾਹਿਬ ਸਾਨੂੰ ਨਾ ਉਹ ਅਵਾਇਡ ਕਰਦੇ ਪਏ ਨੇ, ਜਾਣੀ ਕਿ ਟਾਲ-ਟਮੋਲਡਾ ਕਰਦੇ ਪਏ ਨੇ। ਬਹਰਹਾਲ ਇਹਨਾਂ ਦੀ ਸ਼ਾਦੀ ਹੋ ਗਈ। ਮਕਲਾਵੇ ਵਾਲੇ ਅਸੀਂ ਲੈਣ ਗਏ ਹਾਂ, ਪੁਰਾਣੀ ਮਾਨੀ ਗੱਲ ਹੈ ਕਿ ਤਾਰਕ ਸਾਹਿਬ ਨੇ ਮਕਲਾਵੇ ਵਾਲੇ ਦਿਨ ਇਹਨਾਂ ਦੇ ਕਮਰੇ 'ਚ ਬਹਿ ਕੇ, ਤਾਰਕ ਸਾਹਿਬ ਉਸ ਤੋਂ ਬਾਅਦ ਗਏ ਵੀ ਨਹੀਂ ਗੇ ਅੱਜ ਤੱਕ ਨਹੀਂ ਗਏ। 1-2 ਦਫ਼ਾ ਪੰਚਾਇਤ ਦੇ ਚੱਕਰ 'ਚ ਗਏ ਨੇ, ਉਹ ਵੀ ਮੁਲਤਾਨ ਤੋਂ ਡਰਾਮਾ ਕਰਦੇ ਆ ਰਹੇ ਵਾਪਸ ਗਏ ਨੇ। ਤਾਰਕ ਸਾਹਿਬ ਮੇਰੇ ਕੋਈ ਮੁਹਤਾਜ ਨਹੀਂ ਸੀ ਹੈਗੇ ਕਿ ਮੈਂ ਉਹਨਾਂ ਨੂੰ ਕਹਾਂ ਤੁਸੀਂ ਨਹੀਂ ਮਿਲਣਾ, ਤਾਂ ਨਹੀਂ ਮਿਲਣਗਾ। ਮੈਨੂੰ ਮੇਰਾ ਸਗਾ ਭਾਈ ਕਹੇ ਨਾ ਆਪਣੀ ਬੀਵੀ ਨੂੰ ਨਹੀਂ ਮਿਲਣਾ, ਤੇ ਮੈਂ ਭਾਈ ਛੱਡ ਦਿਆਂਗਾ, ਕਿਉਂਕਿ ਮੈਨੂੰ ਬੀਵੀ ਵੱਲੋਂ ਸਕੂਨ ਹੈ। ਮੇਰੀ ਬੀਵੀ ਵੱਲੋਂ ਮੈਨੂੰ ਬਹੁਤ ਸਕੂਨ ਹੈ, ਮੈਂ ਆਪਣੀ ਫੈਮਿਲੀ ਛੱਡ ਦਿਆਂਗਾ, ਮੈਂ ਆਪਣੀ ਬੀਵੀ ਨਹੀਂ ਛੱਡਾਂਗਾ। ਤਾਰਕ ਸਾਹਿਬ ਕੋ ਮੇਰੇ ਮੁਤਾबिक ਇਹ ਕਹਿੰਦੀ ਤਾਰਕ ਸਾਹਿਬ ਨੂੰ ਸ਼ਹਬਾਜ਼ ਨਹੀਂ ਸੀ ਮਿਲਣ ਦਿੰਦਾ, ਤਾਰਕ ਸਾਹਿਬ ਨੂੰ ਮੈਂ ਪੈਦਾ ਨਹੀਂ ਸੀ ਕੀਤਾ, ਮੇਰਾ ਭਾਈ ਸੀ। ਉਹਨੇ ਆਪਣੀ ਬੀਵੀ ਦਾ ਉਹਨੂੰ ਸਕੂਨ ਹੁੰਦਾ, ਉਹ ਮੁਲਤਾਨ ਡਰਾਮਾ ਕਰਦਾ, ਸਿਰਫ ਬੱਚਿਆਂ ਨੂੰ ਮਿਲਣ ਜਾਂਦਾ ਸੀ। ਠੀਕ ਹੈ, ਮਕਲਾਵੇ ਵਾਲੇ ਦਿਨ ਉਹਨਾਂ ਨੇ ਕਹਿਤਾ, "ਸ਼ਹਬਾਜ਼ ਸਾਹਿਬ ਤੁਸੀਂ ਮੈਨੂੰ ਗਲਤ ਰੋਂਗ ਜਗ੍ਹਾ ਤੇ ਫਸਾਤਾ ਹੈ।" ਉਹਨਾਂ ਨੇ ਪੂਰੀ ਦੁਨੀਆ ਫਿਰੀ ਹੋਈ ਸੀ। ਅਸੀਂ ਹੁਣ ਰੋਂਗ ਜਗ੍ਹਾ ਸਾਡੇ ਸਾਹਮਣੇ ਆ ਗਈ। ਅਗਲੇ ਦਿਨ ਆਏ, 2 ਦਿਨ ਬਾਅਦ ਆਏ, ਪੰਚਾਇਤ ਲੱਗੀ, ਅੱਬਾ ਜੀ ਦਾ ਸਿਲੰਡਰ ਬੰਦ ਕਰਤਾ। ਸਾਡੇ ਵਾਲਿਦ ਸਾਹਿਬ ਨੂੰ ਸਟੀਰੋਇਡ ਦਾ ਟੀਕਾ ਲੱਗਦਾ ਸੀ, ₹125 ਦਾ ਜਾਂ ₹150 ਦਾ ਟੀਕਾ, ਇਹਨਾਂ ਨੇ ਟੀਕਾ ਬੰਦ ਕਰਾਤਾ। ਅੱਬਾ ਜੀ ਨੂੰ ਮੈਡੀਸਨ ਦੇਣੀ ਬੰਦ ਕਰਤੀ। ਹੁਣ ਇਹਦਾ ਸਗਾ ਬਾਪ ਬਿਮਾਰ ਹੋਵੇ, ਮੈਂ ਇਹਨੂੰ ਔਨ ਕੈਮਰਾ ਕਹਿੰਦਾ, ਇਹ ਮੈਂ ਵੇਖਾਂ ਕਿਸ ਤਰ੍ਹਾਂ ਵਾਲਿਦ ਸਾਹਿਬ ਨੂੰ ਆਪਣੀ ਰੋਟੀ ਆਪਣੇ ਹੱਥਾਂ ਨਾਲ ਨਹੀਂ ਹੁੰਦੀ। ਵਾਲਿਦ ਸਾਹਿਬ ਦੀ ਰੋਟੀ ਇਹਨੇ ਟਰੇ 'ਚ ਰੱਖ ਦੇਣੀ, ਉੱਤੇ ਮੱਖੀਆਂ ਬੈਠ ਰਹੀਆਂ ਨੇ, ਉੱਥੇ ਗੰਦ ਪੈ ਰਿਹਾ। ਵਾਲਿਦ ਸਾਹਿਬ ਬਿਮਾਰ ਸੀ ਸਾਡੇ। ਉਹ ਵਾਲਿਦ ਸਾਹਿਬ ਜਿਹੜੇ ਤਾਰਕ ਸਾਹਿਬ ਨੂੰ ਜਾਂ ਮੈਨੂੰ ਦਬਕਾ ਮਾਰਨ ਤੇ ਅਸੀਂ ਜ਼ਮੀਨ ਤੇ ਬਹਿ ਜਾਂਦੇ ਸੀ। ਉਹ ਵਾਲਿਦ ਸਾਹਿਬ ਜਿਨ੍ਹਾਂ ਨੂੰ ਰੋਟੀ ਸਾਨੂੰ ਉਠਾ ਕੇ ਖਵਾਉਣੀ ਪੈਂਦੀ ਸੀ। ਕਿਸੇ ਟਾਈਮ ਤੇ ਤਾਰਕ ਸਾਹਿਬ ਨੇ ਵੀ ਲਿਆਂਦਾ ਤੇ ਤੈਨੂੰ ਵਾਲਿਦ ਸਾਹਿਬ ਵਾਸਤੇ ਖਿਦਮਤ ਵਾਸਤੇ ਲਿਆਂਦਾ, ਤੈਨੂੰ ਬੱਚੇ ਵਾਸਤੇ ਵੀ। ਹੁਣ ਤੂੰ ਕਵੇਂ ਇਹ ਰੋਟੀ ਪਈ ਜੇ ਖਾਣੀ ਤਾਂ ਖਾ ਲਓ, ਨਾ ਉਹਨਾਂ ਦੇ ਕੱਪੜੇ ਧੋਣ, ਨਾ ਉਹਨਾਂ ਦੀ ਕੋਈ ਦਵਾਈ ਚੇਂਜ ਕਰੇ, ਨਾ ਉਹ ਮੱਖੀਆਂ ਵੀ ਨੱਕ 'ਚ ਜਾ ਰਹੀਆਂ ਨੇ। ਵਾਲਿਦ ਸਾਹਿਬ ਸਾਡੇ ਬੜੀ, ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿਸ ਤਰ੍ਹਾਂ ਉਹਨਾਂ ਦੀ ਡੈਥ ਹੋਈ ਹੈ। ਮੈਨੂੰ ਪਤਾ ਹੈ ਕਿ ਮੈਂ ਉਹਨਾਂ ਦਾ ਸਿਲੰਡਰ ਔਨ ਕਰਕੇ ਗਿਆ, ਮੈਨੂੰ ਜਾ ਕੇ ਝਟਕੇ ਜਿਹੇ ਲੱਗੇ ਕਿ ਮੇਰੇ ਵਾਲਿਦ ਸਾਹਿਬ ਨੂੰ ਕੁਛ ਹੋ ਗਿਆ। ਇਹਨਾਂ ਨੇ ਚਾਹ ਰੱਖੀ, ਮੱਖੀਆਂ ਪੈ ਰਹੀਆਂ ਨੇ, ਆ ਕੇ ਵੇਖਿਆ ਵਾਲਿਦ ਸਾਹਿਬ ਦੀ ਜਾਨ ਨਿਕਲੀ ਹੋਈ ਹੈ। ਅਗਰ ਇਹਦਾ ਆਪਣਾ ਵਾਲਿਦ ਹੁੰਦਾ, ਔਰਤ ਦਾ ਅਜ਼ਮਾਈ ਹੋਈ ਗੱਲ ਏ, ਸਹੁਰਾ ਸਹੁਰਾ ਹੀ ਹੁੰਦਾ ਹੈ, ਵਾਲਿਦ ਵਾਲਿਦ ਹੀ ਹੁੰਦਾ। ਅਗਰ ਸਹੁਰੇ ਨੂੰ ਲੜਕੀ ਆਪਣੇ ਬਾਪ ਸਮਝੇਗੀ ਨਾ, ਤਾਂ ਕਦੀ ਸਹੁਰਾ ਨਹੀਂ ਹੋਏਗਾ, ਉਹ ਬਾਪ ਬੇਟੀ ਦਾ ਰਿਸ਼ਤਾ ਹੋ ਜਾਏਗਾ। ਠੀਕ ਹੋ ਗਿਆ। ਮੇਰੇ ਵਾਲਿਦ ਸਾਹਿਬ ਨੇ, ਮੈਂ ਔਨ ਕੈਮਰਾ ਕਹਿ ਰਿਹਾ, ਫੌਤ ਹੋ ਗਏ ਨੇ ਵਿਚਾਰੇ, ਅੱਲਾ ਉਹਨਾਂ ਨੂੰ ਜੰਨਤਾਂ 'ਚ ਕਰ ਦੇਵੇ, ਅੱਲਾ ਉਹਨੂੰ ਠੰਡਕ ਦੇਵੇ। ਕਹਿੰਦੇ ਸੀ, "ਸ਼ਹਬਾਜ਼, ਮੈਨੂੰ ਕੋਈ ਸ਼ੈ ਲਿਆ ਦੇ, ਮੈਂ ਇਹਦੇ ਮੂੰਹ ਤੇ ਪਾ ਦਿਆਂ, ਤੂੰ ਨਾ ਬੁਰਾ ਬਣੀ, ਮੈਨੂੰ ਕੋਈ ਸ਼ੈ ਦੇ ਦੇ, ਜਿੰਨਾ ਮੇਰੇ ਤੋਂ ਤੰਗ ਆ।" ਉਹ ਬਹੁਤ ਤੰਗ ਸੀ ਇਹਨਾਂ ਦੇ ਕੋਲੋਂ। ਉਹ ਅੱਜ ਵੀ ਸੇਮ ਟੂ ਯਹੀ ਕਰ ਰਹੀ ਹੈ। ਤਾਰਕ ਸਾਹਿਬ ਦੇ ਨੰਬਰ ਕੱਢ ਕੇ ਉਹਦੇ ਦੋਸਤਾਂ ਨੂੰ फ़ोन, ਫਲਾਣੇ ਨੂੰ फ़ोन, ਪਰ ਬਦਲੀ ਨਹੀਂ। शहबाज भाई, आपने कोई जैली आईडी कार्ड का भी ज़िक्र किया, वो क्या मामला? ਇਹ ਉਹਨਾਂ ਨੇ 2012 'ਚ ਉਹਨਾਂ ਨੂੰ ਤਲਾਕ ਹੋਈ ਸੀ। ਫਿਰ ਉਹਨਾਂ ਨੇ 2017 'ਚ ਸ਼ਨਾਖਤੀ ਕਾਰਡ ਨਾਦਰਾ 'ਚ ਉਹਨਾਂ ਨੇ ਜਮ੍ਹਾਂ ਕਰਾ ਕੇ ਇਹ ਉਹਨਾਂ ਨੇ ਬਣਵਾਇਆ। ਜੇ ਇਹ ਤੁਹਾਡਾ ਕੈਮਰਾ ਦਿਖਾ ਸਕੇ ਤੇ ਦੇਖ ਲਓ। ਇਹਦੇ ਉੱਤੇ ਅਸੀਂ 420 ਦਾ ਉਹਦੇ ਤੇ ਪਰਚਾ ਹੋਏਗਾ, 2-3 ਦਫ਼ਾ ਹੋਰ ਲੱਗਣੀ। ਇਹ ਸਾਡਾ ਰਾਈਟ ਹੈ, ਇਹ ਸਾਡਾ ਹੱਕ ਹੈ। ਉਹਦਾ ਹੱਕ ਨਹੀਂ ਬਣਦਾ ਉਹ ਆਪਣੇ ਬਾਪ ਦੇ ਸ਼ਨਾਖਤੀ ਕਾਰਡ ਨਾਲ ਬਣਵਾਵੇ, ਸਾਡੇ ਤੇ ਕੇਸ ਕਰੇ, ਆਪਣੇ ਬਾਪ ਦਾ ਸ਼ਨਾਖਤੀ ਕਾਰਡ ਬਣਵਾਵੇ। ਠੀਕ ਆ, ਅਦਾਲਤ 'ਚ ਸਾਡਾ ਕੇਸ ਚੱਲ ਰਿਹਾ, ਇਹਦੇ ਮੈਂ ਸਾਰੇ ਕੇਸ ਖਤਮ ਹੋ ਜਾਣਗੇ। ਇਹ 2017 ਜਿਹਨੇ ਸ਼ਨਾਖਤੀ ਕਾਰਡ ਬਣਵਾਇਆ ਤਾਰਕ ਸਾਹਿਬ ਦੇ ਨਾਮ ਦੇ ਨਾਲ, ਜਦ ਕਿ ਮੈਨੂੰ ਪਤਾ ਕਿ ਮੈਨੂੰ ਤਲਾਕ ਹੋਈ ਹੈ, ਇਹਦਾ ਕੰਮ ਨਹੀਂ। ਫਿਰ ਇਹ ਤਲਾਕ ਦੇ ਕਾਗਜ਼ ਜੇ, ਇਹ ਤੁਸੀਂ ਅਗਰ ਪੜ੍ਹ ਸਕਦੇ, ਇਹ ਡਾਕਖਾਨੇ ਦੀ ਰਸੀਦ ਹੈ,
ਇਹ ਡਾਕਖਾਨੇ ਰਸੀਦ ਆ ਜਿਹੜੀ ਸਾਨੂੰ ਵਾਪਸ ਆਏ ਨੇ। ये सारे डॉक्यूमेंट हम साथ-साथ चलाएँगे, अगर आप लोग देखना चाहें तो वो भी देख सकते हैं। ਇਹ ਪੜ੍ਹ ਲਓ, ਇਹ ਤੁਹਾਡੇ ਸਾਹਮਣੇ ਸਭ ਕੁਝ ਲਿਖा, गुस्ताख तलाक की वजह, गुस्ताख नाफरमान, घरेलू झगड़े वगैरह वगैरह सब कुछ लिखा है। ਇਹ ਮੈਂ ਨਹੀਂ ਲਿਖਾਇਆ, ਇਹ ਤਾਰਕ ਸਾਹਿਬ ਨੇ ਲਿਖੇ ਨੇ। ਤਾਰਕ ਸਾਹਿਬ ਦੇ ਵਾਲ ਸਾਹਿਬ ਹਾਜੀ ਸਾਹਿਬ ਨੇ ਇਹਨੂੰ ਬੜਾ ਸਮਝਾਇਆ ਕਿ ਬੇਟਾ ਤੈਨੂੰ ਤਲਾਕ ਹੋ ਜਾਣੀ, ਇਹ ਜਾਣ ਲੱਗੇ ਇਹ ਅੱਛਾ ਤਲਾਕ ਇਹ ਚਲੇ ਗਈ ਸੀ, ਇਹਨੂੰ ਪਤਾ ਸੀ ਮੈਨੂੰ ਉਹਨਾਂ ਤਲਾਕ ਦੇ ਦੇਣੀ। ਇਹ ਜਾਂਦੇ ਜਾਂਦੇ ਸਾਡਾ 18 ਜਾਂ 20 ਤੋਲੇ ਜ਼ੇਵਰ ਲੈ ਗਈ ਨਾਲ, ਸਮਾਨ ਸਾਰਾ ਪਹਿਲੇ ਲੈ ਗਈ ਸੀ, ਇਹਨੂੰ ਪਤਾ ਸੀ ਕਿ ਮੈਨੂੰ ਤਲਾਕ ਇਹਨਾਂ ਦੇ ਦੇਣੀ ਹੈ। ਉਹਦੀ ਵਜ੍ਹਾ ਕਿ ਲੜਾਈ ਨਹੀਂ ਸੀ ਮੁੱਕਣ ਦੀ, ਸਰ ਬੇਸਮੈਂਟ 'ਚ ਬੈਠਦਾ ਸੀ, ਬੇਸਮੈਂਟ ਦੇ ਦੋਸਤ ਜ਼ਫਰੀ ਖਾਂ, ਨਾਸਰ ਚਨੋਟੀ, ਨਸੀਮ ਵਿੱਕੀ, ਇਹਨਾਂ ਦਾ ਬੜਾ ਜੁਟ ਸੀ, ਬੜਾ ਪਿਆਰ ਸੀ। ਸਾਰੇ ਤਾਰਕ ਸਾਹਿਬ ਦੇ ਘਰ ਪੰਚਾਇਤ ਬੈਂਡ ਸੀ। ਲਾਹੌਰ ਦੇ ਵਿੱਚ ਕਿਸੇ ਕੋਈ ਮਸਲਾ ਹੋਣਾ, ਤਾਰਕ ਸਾਹਿਬ ਦੇ ਘਰ ਹੀ ਪੰਚਾਇਤ ਮੁੱਕਣੀ। ਫੀਮੇਲ ਮੇਲ ਦਾ ਕੋਈ ਮਸਲਾ ਬਣਨਾ, ਇਹ ਤਾਰਕ ਸਾਹਿਬ ਦੇ ਘਰ ਮੁੱਕਣੀ। ਇਹ ਨਹੀਂ ਸੀ ਬਹਿਣ ਦਿੰਦੀ। ਇਹ ਤਾਰਕ ਸਾਹਿਬ ਦਾ 2 ਦਫੇ ਇਹਨੇ ਗਿਰਬਾਨ ਫੜਿਆ, ਉਹ ਮੈਨੂੰ ਨਹੀਂ ਸੀ ਘਰੋਂ ਕੱਢਦਾ ਕਿ ਯਾਰ ਮੇਰੇ ਨਾਲ ਬਦਤਮੀਜ਼ੀ ਕਰਦੀ ਹੈ, ਤੂੰ ਲਿਆਂਦੀ ਹੈ। ਇਹ ਸਿਆਣੇ ਦੀ ਇੱਕ ਮਿਸਾਲ ਇਹਨੇ ਸੀ, ਇੱਕ ਮਿਸਾਲ ਤੁਹਾਨੂੰ ਮੈਂ ਦੇ ਦਾਂ ਇੱਕ ਪੰਜਾਬੀ ਜੀ, ਇੱਕ ਦੁਹਾਣਾ ਹੀ ਅਸੀਂ ਲੈ ਰਹੇ ਹਾਂ। ਅਸੀਂ ਉਹਨੂੰ ਕਹੀਏ ਯਾਰ ਆਪਣਾ ਤੋਲਣ ਦੇ ਪੈਸੇ ਕੱਚਾ ਨਿਕਲਿਆ, ਉਹਨੇ ਕਹਿਣਾ ਭਾਵੇਂ ਅਸੀਂ ਕਹਿਣਾ ਭਾਵੇਂ ਨਾ ਖਰਾਬ ਹੈ। ਉਹ ਹੁਣ ਉਹ ਉੱਥੇ ਜ਼ਿਮੀਂਦਾਰ ਨੂੰ ਜਾ ਕੇ ਕਹੇਗਾ ਜਾਂ ਕਿਸੇ ਆੜ੍ਹਤੀ ਨੂੰ ਕਹੇਗਾ, ਉਹ ਕਹਿੰਦਾ ਭਾਵੇਂ ਨਾ ਤੁਹਾਡਾ ਹੀ। ਹੁਣ ਮੈਂ ਤਾਂ ਰਿਸ਼ਤਾ ਕਰਾਤਾ, ਲੇਕਿਨ ਮੇਰੀ ਹੁਣ ਇਹ ਗਰੰਟੀ ਨਹੀਂ ਹੈਗੀ ਕਿ ਵੀ ਹੁਣ ਤੂੰ ਵਸਣਾ ਕਿ ਵਸ, ਨਹੀਂ ਵਸਣਾ ਤੇ ਅੱਲਾ ਦੇ ਵਸ। ये थी तारक टैडी साहब की घरेलू ज़िंदगी। उन्होंने कितनी मुश्किलात का, मुसीबतों का, परेशानियों का सामना किया और थिएटर की दुनिया में उन्होंने फिर भी अपना नाम बनाया, अपना मुकाम बनाया। जो उन्होंने लोगों के चेहरों पे मुस्कुराहट बखेरी, उनका काम ज़िंदा रहेगा। तो अल्लाह करीम उनके दर्जात बुलंद फरमाए। अभी जो उनकी बेटियां, जिनके आपने कुछ दिन पहले इंटरव्यूज़ वगैरह देखे हैं, शहबाज भाई का ये कहना है कि जैसे ही वो समझदार होंगी, उनकी एज पूरी होगी, तो जो भी उनका हिस्सा बनता है वो उनको ज़रूर दिया जाएगा। तो मिलते हैं किसी और वीडियो में। अल्लाह हाफ़िज़।